ਅੱਜ ਦੀ ਸਾਡੀ ਇਹ ਘਟਨਾ ਪੰਜਾਬ ਦੇ ਇੱਕ ਸਮੇਂ ਰਹੇ ਪੁਲਿਸ ਡੀਜੀਪੀ ਦੀ ਹੈ। ਇੱਕ ਅਜਿਹੀ ਘਟਨਾ ਜਿਸ ਨੇ ਅਜੋਕੇ ਸਮੇਂ ਨੂੰ ਸ਼ੀਸ਼ਾ ਦਿਖਾ ਕੇ ਅਸਲ ਸੱਚ ਤੋਂ ਜਾਣੂ ਕਰਵਾਇਆ ਹੈ, ਜਿਸ ਸੱਚ ਨੂੰ ਝੂਠ ਦੇ ਪਰਦਿਆਂ ਦੇ ਥੱਲੇ ਲੁਕੋ ਕੇ ਰੱਖਿਆ ਗਿਆ ਸੀ। ਇੰਨੇ ਵੱਡੇ ਰੈਂਕ ਦਾ ਪੁਲਿਸ ਅਫਸਰ ਮੋਹਰੀ, ਜਿਸ ਦੀ ਕਮਾਂਡ ਦੇ ਥੱਲੇ ਪੰਜਾਬ ਦੀ ਸਾਰੀ ਪੁਲਿਸ ਸੇਵਾ ਕਰਦੀ ਹੋਵੇ, ਇੰਨਾ ਵੱਡਾ ਪੁਲਿਸ ਅਫਸਰ ਕਿਉਂ ਸਾਰੀ ਦੁਨੀਆ ਦੇ ਸਾਹਮਣੇ ਰੋਣ ਲੱਗ ਪਿਆ? ਇਹ ਘਟਨਾ ਜਾਣ ਕੇ ਤੁਸੀਂ ਇੱਕ ਵਾਰ ਅੰਦਰ ਤੱਕ ਹਿੱਲ ਜਾਵੋਗੇ। ਜਿਸ ਵਾਹਿਗੁਰੂ ਨੇ ਉਸ ਭੁੱਲੇ ਹੋਏ ਡੀਜੀਪੀ ਨੂੰ ਸਹੀ ਦੁਆਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ, ਉਹੀ ਪਰਮਾਤਮਾ ਵਾਹਿਗੁਰੂ ਤੁਹਾਡੇ ਸਾਡੇ ਵਰਗਿਆਂ ਦੇ ਉੱਤੇ ਮਿਹਰ ਕਰਕੇ ਸਹੀ ਦਰਵਾਜ਼ੇ ਦੀ ਪਹਿਚਾਣ ਕਰਨ ਦੇ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ। ਇੱਕ ਕਿਤਾਬ ਜਿਸ ਦਾ ਨਾਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਉਹ ਪੰਜਾਬ ਦੇ ਡੀਜੀਪੀ ਰਹੇ ਸਰਦਾਰ ਜਰਨੈਲ ਸਿੰਘ ਚਾਹਲ ਜੀ ਨੇ ਲਿਖੀ ਹੈ। ਇਸ ਕਿਤਾਬ ਦੇ ਵਿੱਚ ਚਾਹਲ ਸਾਹਿਬ ਨੇ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਸਿੱਖੀ ਦੇ 2700 ਸਿਧਾਂਤਾਂ ਦਾ ਵਰਣਨ ਕੀਤਾ ਹੈ। ਜਦੋਂ ਇਹ ਕਿਤਾਬ ਕਿਸੇ ਸਿੱਖ ਪ੍ਰਚਾਰਕ ਦੇ ਹੱਥ ਲੱਗੀ ਤਾਂ ਉਸਨੇ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ। ਕਿਤਾਬ ਪੜ੍ਹ ਕੇ ਸਿੱਖ ਪ੍ਰਚਾਰਕ ਬੜਾ ਹੈਰਾਨ ਹੋਇਆ ਜਦੋਂ ਉਸਨੂੰ ਇਹ ਪਤਾ ਚੱਲਿਆ ਕਿ ਇਹ ਹੋਰ ਕਿਸੇ ਨੇ ਨਹੀਂ, ਸਗੋਂ ਪੰਜਾਬ ਦੇ ਇੱਕ ਸਾਬਕਾ ਡੀਜੀਪੀ ਨੇ ਲਿਖੀ ਹੈ। ਪੁਲਿਸ ਦਾ ਨਾਮ ਸੁਣ ਕੇ ਸਭ ਦੇ ਮਨਾਂ ਦੇ ਅੰਦਰ ਵੱਖੋ ਵੱਖਰਾ ਚਿਹਰਾ ਸਾਹਮਣੇ ਆਉਂਦਾ ਹੈ। ਉਹ ਸਿੱਖ ਪ੍ਰਚਾਰਕ ਨੇ ਦੇਖਿਆ ਕਿ ਇਸ ਕਿਤਾਬ ਦੇ ਵਿੱਚ ਜੋ 2700 ਸਿਧਾਂਤ ਦੱਸੇ ਹਨ, ਉਹ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿਸੇ ਬੜੇ ਸੁਲਝੇ ਹੋਏ ਸਿੱਖ ਵਿਦਵਾਨ ਨੇ ਲਿਖੇ ਹੋਣ। ਇੱਕ ਪੁਲਿਸ ਦਾ ਇੰਨਾ ਵੱਡਾ ਅਫਸਰ ਕਿਵੇਂ ਇਸ ਤਰ੍ਹਾਂ ਦੀਆਂ ਡੂੰਘੀਆਂ ਸਿੱਖੀ ਦੇ ਸਿਧਾਂਤਾਂ ਦੀਆਂ ਗੱਲਾਂ ਕਰ ਸਕਦਾ ਹੈ ਅਤੇ ਗੁਰਬਾਣੀ ਦੀ ਇੰਨੀ ਪਰਖ ਕਰ ਸਕਦਾ ਹੈ, ਇਹ ਸੋਚਣ ਤੇ ਸਮਝਣ ਵਾਲੀ ਗੱਲ ਸੀ। ਇਹ ਜ਼ਰੂਰ ਕਿਤੇ ਨਾ ਕਿਤੇ ਇੱਕ ਜੁੜੀ ਹੋਈ ਆਤਮਾ ਹੈ। ਉਸ ਸਿੱਖ ਪ੍ਰਚਾਰਕ ਨੇ ਇਸ ਤਰ੍ਹਾਂ ਸੋਚਿਆ, ਗੁਰੂ ਨਾਨਕ ਸਾਹਿਬ ਨੇ ਜ਼ਰੂਰ ਇਹਨਾਂ ਦੇ ਜੀਵਨ ਦੇ ਵਿੱਚ ਕੁਝ ਬਖਸ਼ਿਸ਼ ਕੀਤੀ ਹੋਵੇਗੀ, ਪਰ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਸੋ ਸਮਾਂ ਲੰਘਿਆ ਤਾਂ ਉਸੇ ਸਿੱਖ ਪ੍ਰਚਾਰਕ ਦਾ ਮਿਲਾਪ ਚੰਡੀਗੜ੍ਹ ਵਿਖੇ ਡੀਜੀਪੀ ਜਰਨੈਲ ਸਿੰਘ ਚਾਹਲ ਦੇ ਨਾਲ ਹੋਇਆ। ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਤੁਹਾਡੀ ਲਿਖੀ ਹੋਈ ਕਿਤਾਬ ਪੜ੍ਹ ਕੇ ਬਹੁਤ ਖੁਸ਼ ਹੋਇਆ ਤੇ ਨਾਲ ਦੀ ਨਾਲ ਬੜਾ ਹੈਰਾਨ ਵੀ ਹੋਇਆ ਕਿ ਇੰਨੇ ਡੂੰਗੀ ਸਿੱਖੀ ਦੇ ਸਿਧਾਂਤ ਕਿਵੇਂ ਪੁਲਿਸ ਦੇ ਇੱਕ ਆਲਾ ਅਫਸਰ ਦੀ ਕਲਮ ਦੇ ਵਿੱਚੋਂ ਨਿਕਲ ਸਕਦੇ ਨੇ। ਜ਼ਰੂਰ ਕੁਝ ਅਜਿਹਾ ਤੁਹਾਡੇ ਜੀਵਨ ਦੇ ਵਿੱਚ ਵਾਪਰਿਆ ਹੋਵੇਗਾ ਜਿਸ ਨੇ ਤੁਹਾਨੂੰ ਇਹ ਪ੍ਰੇਰਿਤ ਕੀਤਾ। ਤਾਂ ਫਿਰ ਡੀਜੀਪੀ ਚਾਹਲ ਜੀ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਉਹ ਟਰਨਿੰਗ ਪੁਆਇੰਟ ਦੱਸਿਆ ਜਿੱਥੋਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜੇ ਸੀ। ਡੀਜੀਪੀ ਚਾਹਲ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਕਿਸੇ ਆਮ ਪੁਲਿਸ ਅਫਸਰ ਦੇ ਵਾਂਗ ਚੱਲ ਰਹੀ ਸੀ, ਕੋਈ ਵੱਡੀ ਖਿੱਚ ਨਹੀਂ ਸੀ ਗੁਰਬਾਣੀ ਦੇ ਵੱਲ। ਫਿਰ ਮੇਰੀ ਡਿਊਟੀ ਐਸਐਸਪੀ ਵਰਿੰਦਾਵਨ ਲੱਗੀ। ਉਹਨਾਂ ਸਮਿਆਂ ਦੇ ਵਿੱਚ ਇੰਦਰਾ ਗਾਂਧੀ ਦਾ ਰਾਜ ਸੀ ਅਤੇ ਉਹਨਾਂ ਸਮਿਆਂ ਤੇ ਵਰਿੰਦਾਵਨ ਦੇ ਵਿੱਚ ਇੱਕ ਬਹੁਤ ਵੱਡੇ ਸਨਾਤਨੀ ਸੰਤ ਮਹਾਂਪੁਰਸ਼ ਰਿਹਾ ਕਰਦੇ ਸੀ, ਜਿਨ੍ਹਾਂ ਦਾ ਨਾਮ ਬਹੁਤ ਹੀ ਵਿਖਿਆਤ ਸੀ। ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸੀ। ਉਸ ਸਮੇਂ ਦੇ ਸਰਕਾਰੀ ਅਫਸਰ ਇੱਥੋਂ ਤੱਕ ਇੰਦਰਾ ਗਾਂਧੀ, ਡਿਫੈਂਸ ਮਿਨਿਸਟਰ ਜੀਵਨ ਲਾਲ ਤੇ ਉਹਨਾਂ ਦਾ ਸਾਰਾ ਮੰਤਰੀ ਮੰਡਲ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਵਰਿੰਦਾਵਨ ਆਉਂਦਾ ਸੀ ਅਤੇ ਉਹਨਾਂ ਸੰਤਾਂ ਦੀ ਬਖਸ਼ਿਸ਼ ਲੈ ਕੇ ਹੀ ਕੋਈ ਵੀ ਕੰਮ ਸ਼ੁਰੂ ਕਰਦੇ ਸੀ। ਕਿਸੇ ਵੀ ਕੰਮ ਤੋਂ ਪਹਿਲਾਂ, ਚਾਹੇ ਉਹ ਰਾਜਨੀਤਿਕ ਹੋਵੇ ਜਾਂ ਫਿਰ ਨਿੱਜੀ ਘਰੇਲੂ ਕੰਮ, ਸਾਰਾ ਮੰਤਰੀ ਮੰਡਲ ਉਹਨਾਂ ਸੰਨਿਆਸੀ ਸਨਾਤਨ ਧਰਮ ਦੇ ਮਹਾਂਪੁਰਸ਼ਾਂ ਦੀ ਸ਼ਰਨ ਦੇ ਵਿੱਚ ਆ ਕੇ ਸਿਰ ਝੁਕਾਉਂਦਾ ਸੀ। ਜਦੋਂ ਮੈਂ ਉੱਥੇ ਵਰਿੰਦਾਵਨ ਦੇ ਵਿੱਚ ਐਸਐਸਪੀ ਸੀ ਤਾਂ ਮੈਂ ਇਹ ਸਭ ਕੁਝ ਹੁੰਦਾ ਨਿਤ ਆਪਣੀ ਅੱਖਾਂ ਦੇ ਨਾਲ ਦੇਖਦਾ ਸੀ। ਇੱਕ ਇਨਸਾਨ ਦੀਆਂ ਇੱਛਾਵਾਂ ਕਦੀ ਵੀ ਪੂਰੀਆਂ ਨਹੀਂ ਹੋ ਸਕਦੀਆਂ ਤੇ ਮੈਂ ਵੀ ਇੱਕ ਇਨਸਾਨ ਹਾਂ। ਮੈਂ ਵੀ ਸੋਚਿਆ ਕਿ ਕਿਉਂ ਨਾ ਇਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੇਨਤੀ ਕਰਾਂ। ਇਹੀ ਸੋਚ ਲੈ ਕੇ ਮੈਂ ਐਸਐਸਪੀ ਵਰਿੰਦਾਵਨ ਉਹਨਾਂ ਸੰਤਾਂ ਦੇ ਕੋਲ ਪਹੁੰਚਿਆ। ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਮੇਰੀ ਗਰੀਬ ਦੇ ਉੱਤੇ ਵੀ ਕੋਈ ਕਿਰਪਾ ਕਰੋ, ਮੇਰੀ ਵੀ ਝੋਲੀ ਦੇ ਵਿੱਚ ਕੋਈ ਦਾਤ ਪਾ ਦਿਓ। ਐਸਐਸਪੀ ਚਾਹਲ ਵੱਲ ਦੇਖ ਕੇ ਉਹ ਸਨਾਤਨੀ ਮਹਾਂਪੁਰਸ਼ ਬੋਲੇ ਕਿ ਇੱਕ ਸਿੱਖ ਹੋ ਕੇ ਮੇਰੇ ਕੋਲੋਂ ਇੰਜ ਕਿਉਂ ਮੰਗ ਰਿਹਾ ਹੈ। ਦੇਖਣ ਵਾਲੀ ਗੱਲ ਸੀ ਕਿ ਇੱਕ ਹਿੰਦੂ ਸੰਤ ਇੱਕ ਸਿੱਖ ਨੂੰ ਇਹ ਗੱਲ ਕਹਿ ਰਿਹਾ ਸੀ। ਉਹਨਾਂ ਮਹਾਂਪੁਰਸ਼ਾਂ ਨੇ ਫਿਰ ਕਿਹਾ ਕਿ ਐਸਐਸਪੀ ਸਾਹਿਬ, ਕਿ ਗੁਰੂ ਨਾਨਕ ਦੇ ਸਿੱਖ ਹੋ ਕੇ ਕਿਸੇ ਹੋਰ ਕੋਲੋਂ ਕਿਉਂ ਮੰਗਣ ਜਾਂਦੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਚਾਹਲ ਸਾਹਿਬ ਨੇ ਫਿਰ ਕਿਹਾ ਕਿ ਮਹਾਂਪੁਰਸ਼ੋ, ਮੈਂ ਹੱਥ ਜੋੜਦਾ ਹਾਂ, ਤੁਹਾਡੇ ਕੋਲ ਇੰਨੇ ਵੱਡੇ ਲੋਕ ਆਉਂਦੇ ਨੇ, ਤੁਸੀਂ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ, ਜੇਕਰ ਮੇਰੀ ਝੋਲੀ ਦੇ ਵਿੱਚ ਇੱਕ ਛੋਟੀ ਜਿਹੀ ਦਾਤ ਪਾ ਦਿਓ ਤਾਂ ਤੁਹਾਡਾ ਕੀ ਘਟ ਜਾਵੇਗਾ? ਉਹਨਾਂ ਮਹਾਂਪੁਰਸ਼ਾਂ ਨੇ ਫਿਰ ਦੁਬਾਰਾ ਕਿਹਾ ਕਿ ਚਾਹਲ ਸਾਹਿਬ ਜ਼ਰੂਰ ਮੇਰੇ ਕੋਲੋਂ ਹੀ ਲੈਣਾ ਚਾਹੁੰਦੇ ਹੋ? ਤਾਂ ਚਾਹਲ ਸਾਹਿਬ ਨੇ ਹੱਥ ਜੋੜ ਕੇ ਕਿਹਾ ਕਿ ਤੁਹਾਡੇ ਕੋਲੋਂ ਹੀ ਦਾਤ ਲੈਣੀ ਹੈ। ਤਾਂ ਫਿਰ ਵਾਰ-ਵਾਰ ਤੇ ਕਹਿਣ ਤੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਚਾਹਲ ਸਾਹਿਬ ਪੈਨ ਤੇ ਕਾਗਜ਼ ਚੁੱਕੋ, ਮੈਂ ਕੁਝ ਲਿਖਾਉਂਦਾ ਹਾਂ, ਉਸ ਦਾ ਜਾਪ ਕਰਿਆ ਕਰੋ। ਚਾਹਲ ਸਾਹਿਬ ਨੇ ਜਲਦੀ ਦੇ ਨਾਲ ਪੈਨ ਤੇ ਕਾਗਜ਼ ਕੱਢਿਆ ਤੇ ਕਿਹਾ ਕਿ ਲਿਖਾਓ ਮਹਾਂਪੁਰਸ਼ੋ, ਕੀ ਲਿਖਾਉਂਦੇ ਹੋ? ਤਾਂ ਉਹ ਹਿੰਦੂ ਮਹਾਂਪੁਰਸ਼ ਇੱਕ ਸਿੱਖ ਨੂੰ ਕਹਿ ਰਿਹਾ ਹੈ ਕਿ ਚਾਹਲ ਸਾਹਿਬ ਲਿਖੋ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਾਹਲ ਸਾਹਿਬ ਇਸ ਦਾ ਜਾਪ ਕਰਿਆ ਕਰੋ, ਜੋ ਮੰਗੋਗੇ ਉਹੀ ਮਿਲੇਗਾ, ਜੋ ਚਾਹੋਗੇ ਉਸੇ ਤਰ੍ਹਾਂ ਹੋਵੇਗਾ। ਉਸ ਵੇਲੇ ਚਾਹਲ ਸਾਹਿਬ ਕਹਿੰਦੇ ਨੇ, ਉਸ ਵੇਲੇ ਮੈਂ ਬਹੁਤ ਜ਼ਿਆਦਾ ਉਹਨਾਂ ਸੰਤਾਂ ਮਹਾਂਪੁਰਸ਼ਾਂ ਅੱਗੇ ਰੋਇਆ। ਮੈਂ ਸੋਚਿਆ ਕਿ ਸਾਰੀ ਉਮਰ ਆਪਾਂ ਪੜ੍ਹਦੇ ਤੇ ਸੁਣਦੇ ਆਏ ਹਾਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਸ ਪੜ੍ਹਦੇ ਹੀ ਆਏ ਹਾਂ ਪਰ ਮੰਨਿਆ ਕਦੀ ਵੀ ਨਹੀਂ ਤੇ ਅੱਜ ਵੀ ਨਹੀਂ ਮੰਨ ਰਹੇ। ਜੇਕਰ ਮੰਨਦੇ ਹੁੰਦੇ ਤਾਂ ਇੱਧਰ ਉੱਧਰ ਨਾ ਭਟਕਦੇ। ਉਸ ਸਨਾਤਨੀ ਮਹਾਂਪੁਰਸ਼ਾਂ ਨੇ ਡੀਜੀਪੀ ਸਾਹਿਬ ਨੂੰ ਸ਼ੀਸ਼ਾ ਦਿਖਾ ਦਿੱਤਾ
ਕਿ ਆਪਾਂ ਕਿੱਥੇ ਸਟੈਂਡ ਕਰਦੇ ਹਾਂ। ਸਭ ਕੁਝ ਹੈ ਇੱਕ ਸਿੱਖ ਦੇ ਕੋਲ, ਪਰ ਅੱਜ ਵੀ ਸਾਡੇ ਕੁਝ ਸਿੱਖ ਪਖੰਡੀਆਂ ਪਿੱਛੇ ਆਪਣਾ ਸਮਾਂ ਤੇ ਪੈਸਾ ਖਰਾਬ ਕਰਦੇ ਆ ਰਹੇ ਨੇ। ਅਸਲ ਮਹਾਂਪੁਰਸ਼ ਤਾਂ ਉਹ ਹਨ ਜਿਨ੍ਹਾਂ ਨੇ ਡੀਜੀਪੀ ਸਾਹਿਬ ਨੂੰ ਸ਼ੀਸ਼ਾ ਦਿਖਾ ਕੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਨਾਲ ਜੋੜਿਆ ਹੈ ਤੇ ਆਪਾਂ ਕਿਹਨਾਂ ਦੇ ਪਿੱਛੇ ਤੁਰੇ ਫਿਰਦੇ ਹਾਂ। ਇਹ ਸਭ ਕੁਝ ਸਾਨੂੰ ਹੀ ਸੋਚਣਾ ਪਵੇਗਾ। ਇੱਕ ਸੰਤ ਬਾਬਾ ਈਸ਼ਰ ਸਿੰਘ ਜੀ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ, ਜੋ ਬਾਰ-ਬਾਰ ਸੰਤਾਂ ਦੀ ਮਿੰਨਤਾਂ ਵੀ ਕਰਦੀ ਰਹੀ। ਤੇ ਕੁਝ ਅੱਜ ਦੇ ਸਮੇਂ ਦੇ ਸਾਧ ਹਨ ਜੋ ਸਿਰਫ ਵੱਡੇ-ਵੱਡੇ ਲੋਕਾਂ ਨੂੰ ਹੀ ਮਿਲਦੇ ਨੇ ਤੇ ਵੱਡੇ-ਵੱਡੇ ਅਮੀਰ ਲੋਕਾਂ ਨੂੰ ਹੀ ਆਪਣੇ ਕੋਲ ਬਿਠਾਉਂਦੇ ਨੇ। ਆਪਾਂ ਉਹਨਾਂ ਦੇ ਪਿੱਛੇ ਚੱਲੇ ਫਿਰਦੇ ਹਾਂ। ਸੋਚਣਾ ਤੇ ਸਮਝਣਾ ਸਾਨੂੰ ਹੀ ਪਵੇਗਾ। ਜਿੱਥੇ ਅੱਜ ਦੇ ਹਾਲਾਤ ਦੇਖ ਕੇ ਅੱਜ ਦੇ ਲੋਕ ਪਹਿਲਾਂ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਚੰਗਾ ਭਲਾ ਬੋਲਣਾ ਸ਼ੁਰੂ ਕਰ ਦਿੰਦੇ ਨੇ, ਇਹ ਸਭ ਕੁਝ ਦੇਖ ਕੇ, ਪੜ੍ਹ ਕੇ, ਸੁਣ ਕੇ ਹੀ ਕਦਮ ਚੁੱਕਣਾ ਸਮਝਦਾਰੀ ਵਾਲੀ ਗੱਲ ਹੈ।